ਸਿੱਖਾਂ ਦੀ ਸਰਮੌਰ ਸੰਸਥਾ ਅਖਵਾਉਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਜ਼ਾਮ ਹੇਠਾਂ ਚੱਲ ਰਹੇ ਗੁਰੂ ਰਾਮਦਾਸ ਲੰਗਰ ਘਰ ਦੇ ਵਿੱਚ ਇੱਕ ਘੁਟਾਲਾ ਸਾਹਮਣੇ ਆਇਆ ਹੈ। ਲੰਗਰ ਦੀਆਂ ਸੁੱਕੀਆਂ ਰੋਟੀਆਂ ਅਤੇ ਹੋਰ ਦੂਸਰੀ ਰਸਦ ਜਿਹੜੀ ਨਿਲਾਮ ਕੀਤੀ ਜਾਂਦੀ ਸੀਗੀ, ਉਸ ਦੇ ਉੱਤੇ ਕਰੋੜ ਰੁਪਏ, ਲਗਭਗ ਕਰੋੜ ਰੁਪਏ ਤੋਂ ਵੱਧ ਦਾ ਇਹ ਘੁਟਾਲਾ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਆਨਨ ਫਾਨਨ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ 51 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਮੈਂ ਦੱਸਣਾ ਚਾਹਾਂਗਾ ਕਿ 2019 ਨੂੰ ਇਹ ਘੁਟਾਲਾ ਸਾਹਮਣੇ ਆਇਆ ਸੀਗਾ, ਪਰ 19 ਤੋਂ ਲੈ ਕੇ 23 ਤੱਕ ਇਸ ਦੀ ਜਾਂਚ ਚੱਲ ਰਹੀ ਸੀਗੀ ਔਰ ਇਹ ਇੱਕ ਜਲਦਬਾਜ਼ੀ ਕਹਿ ਸਕਦੇ ਹੋ ਕਿ ਜਦੋਂ ਇਹ ਮਾਮਲਾ ਸੋਸ਼ਲ ਮੀਡੀਆ ਦੇ ਵਿੱਚ ਉਜਾਗਰ ਹੋ ਗਿਆ ਸੀਗਾ, ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲੈਂਦੇ ਹੋਏ ਆਪਣੇ 51 ਮੈਂਬਰਸ ਨੂੰ ਸਸਪੈਂਡ ਕਰ ਦਿੱਤਾ ਹੈ। ਸਾਡੇ ਨਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ। ਮੈਮ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਇਹ ਆਪਣੇ ਆਪ 'ਚ ਬਹੁਤ ਵੱਡਾ ਘੁਟਾਲਾ ਹੈ। ਉਸ ਦਰਬਾਰ ਦੇ ਵਿੱਚ, ਉਸ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਅਨਿਯਮਤਾਵਾਂ ਹੋ ਜਾਣ, ਕੀ ਲੱਗਦਾ? ਦੇਖੋ, ਹਰ ਜਗ੍ਹਾ ਇਨਸਾਨ ईमानदार भी होंदे न, बेईमान भी होंदे न, चंगे भी होंदे न, मंदे भी होंदे न। जिहड़ा गुरु रामदास लंगर दे विच एक घोटाला सामने आया है, ਇਹਦੇ ਵਿੱਚ ਸਭ ਤੋਂ ਪਹਿਲਾਂ ਨੋਟ ਕਰੋ ਕਿ ਇਹਦੇ ਵਿੱਚ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਨਕੁਆਇਰੀ ਪਹਿਲੇ ਕਰਵਾਈ ਹੈ, ਕਿਉਂਕਿ ਇਹਨਾਂ ਨੂੰ ਖਦਸ਼ਾ ਸੀ ਕਿ ਕੁਝ ਗੜਬੜ ਹੈ ਤੇ ਇਹਨਾਂ ਨੇ ਸਭ ਤੋਂ ਪਹਿਲੇ ਆਪਣੀ ਇਨਵੈਸਟੀਗੇਸ਼ਨ ਕੀਤੀ ਹੈ। ਹੁਣ ਜੋ ਕੁਝ ਹੋਇਆ ਉਹ ਸ਼੍ਰੋਮਣੀ ਕਮੇਟੀ ਦੀ ਆਪਣੀ ਇਨਵੈਸਟੀਗੇਸ਼ਨ ਦੇ ਵਿੱਚੋਂ ਆਇਆ। ਜੇ ਅਸੀਂ ਕਹੀਏ ਨਾ ਬਾਹਰੋਂ ਕਿਸੇ ਨੇ ਸਾਨੂੰ ਇਨਵੈਸਟੀਗੇਟ ਕਰਕੇ ਦਿੱਤਾ, ਅਜਿਹੀ ਗੱਲ ਨਹੀਂ ਹੈ। ਸੋ ਜਦੋਂ ਇਨਵੈਸਟੀਗੇਟ ਕਰਨ ਵਾਲੀ ਸੰਸਥਾ ਵੀ ਸ਼੍ਰੋਮਣੀ ਕਮੇਟੀ ਹੈ ਤੇ ਜੇ ਘਪਲਾ ਕਰਨ ਵਾਲਾ ਇਹਦਾ ਮੁਲਾਜ਼ਮ ਹੈ, ਸੋ ਮੈਂ ਇੱਕ ਇਹ ਵੀ ਤੁਹਾਨੂੰ ਦੱਸਣਾ ਚਾਹਾਂਗੀ, ਤੁਸੀਂ ਹੁਣੇ ਮੈਂਬਰ ਕਿਹਾ, ਸੋ ਮੈਂਬਰ ਤੇ ਮੁਲਾਜ਼ਮ ਦਾ ਫਰਕ ਹੈ। ਮੈਂਬਰ ਜਿਹੜੇ ਨੇ ਉਹ ਇਲੈਕਟਿਡ ਹੁੰਦੇ ਨੇ ਔਰ ਮੁਲਾਜ਼ਮ ਜਿਹੜੇ ਨੇ ਉਹ ਤਨਖਾਹਦਾਰ ਉੱਥੇ ਜਿਹੜੇ ਸੇਵਾ ਕਰਨ ਵਾਲੇ ਨੇ ਉਹ ਹੁੰਦੇ ਹਨ। ਸੋ ਇਹ ਜਿਹੜੀਆਂ ਡਿਊਟੀਆਂ ਹੈਗੀਆਂ ਇਹ ਉਹਨਾਂ ਮੁਲਾਜ਼ਮਾਂ ਦੀਆਂ ਸੀ ਜਿਨ੍ਹਾਂ ਨੂੰ ਸਟਾਫ ਦੇ ਵਿੱਚ ਭਰਤੀ ਕੀਤਾ ਗਿਆ ਔਰ ਜਿਨ੍ਹਾਂ ਦੀ ਉੱਥੇ ਡਿਊਟੀ ਲਾਈ ਗਈ। ਔਰ ਇਹ ਨੰਬਰ ਇਸ ਲਈ ਵੱਡਾ ਹੈ ਕਿਉਂਕਿ ਇੱਕ ਸਿਸਟਮ ਹੈ। ਉਸ ਸਿਸਟਮ ਦੇ ਵਿੱਚ ਜੇ ਸਟੋਰ ਕੀਪਰ ਦੀ ਜ਼ਿੰਮੇਵਾਰੀ ਹੈ ਕਿ ਉਹਨੇ ਸੁੱਕੀਆਂ ਰੋਟੀਆਂ ਤੇ ਜੋ ਵੀ ਬਚਿਆ ਖੁਚਿਆ ਲੰਗਰ ਦਾ ਜੂਠ ਹੈ ਉਹਨੂੰ ਨਿਲਾਮ ਕਰਨਾ ਹੈ ਤੇ ਉਹ ਨਿਲਾਮ ਹੋਣਾ ਗੁਰਦੁਆਰਾ ਇੰਸਪੈਕਟਰ ਦੀ ਹਾਜ਼ਰੀ ਵਿੱਚ। ਮਤਲਬ ਦਫ਼ਤਰ ਵੱਲੋਂ ਕਿਸੇ ਦੀ ਡਿਊਟੀ ਲਾਈ ਜਾਂਦੀ ਹੈ, ਭਾਈ ਤੇਰੀ ਸਿਰਫ ਇਹ ਡਿਊਟੀ ਹੈ ਕਿ ਜਾ ਕੇ ਚੈੱਕ ਕਰਨਾ ਹੈ ਕਿ ਜਿੰਨਾ ਟੈਂਡਰ ਪਹਿਲੇ ਹੋ ਜਾਂਦੇ ਨੇ ਕਿ ਜੋ ਰੇਟ ਤੈਅ ਹੋਏ ਨੇ ਉਹਦੇ ਅਨੁਸਾਰ ਕਿੰਨਾ ਮਾਲ ਜਾ ਰਿਹਾ ਔਰ ਉਹਦੇ ਪੈਸੇ ਆ ਰਹੇ ਨੇ ਤੇ ਜਮ੍ਹਾਂ ਹੋ ਰਹੇ ਨੇ ਕਿ ਨਹੀਂ ਹੋ ਰਹੇ। ਉੱਥੇ ਲੰਗਰ ਦੇ ਵਿੱਚ ਇੱਕ ਮੈਨੇਜਰ ਵੀ ਫੁੱਲ ਫਲੈਜਡ ਮੈਨੇਜਰ ਹੈ। ਮੈਨੇਜਰ ਦੀ ਡਿਊਟੀ ਵੀ ਇਹੀ ਹੈ, ਚੈੱਕ ਕਰਨਾ ਕਿ ਤੁਹਾਡੇ ਪ੍ਰਬੰਧ ਅਧੀਨ ਜੋ ਹੋ ਰਿਹਾ ਉਹ ਨਿਯਮਾਂ ਅਨੁਸਾਰ ਹੋ ਰਿਹਾ ਕਿ ਨਹੀਂ ਹੋ ਰਿਹਾ। ਸੋ ਜਦੋਂ ਨਿਯਮਾਂ ਅਨੁਸਾਰ ਇਹ ਕਾਰਜ ਨਹੀਂ ਹੋਏ ਤੇ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਸੀ ਫਿਰ ਉਹਨਾਂ ਨੇ ਟਾਰਗੇਟ ਤਾਂ ਹੋਣਾ ਹੀ ਸੀ। ਪਰ ਸਵਾਲ ਇਹ ਉੱਠਦਾ ਜੀ, 2019 ਦੇ ਵਿੱਚ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀਗਾ, 2019 ਚਲਾ ਗਿਆ, 20 ਚਲਾ ਗਿਆ, 21 ਚਲਾ ਗਿਆ, 22 ਚਲਾ ਗਿਆ ਔਰ ਲਗਭਗ 23 ਵੀ ਚਲਾ ਗਿਆ। 6 ਮਹੀਨੇ ਇਸ ਤੋਂ 23 ਨੂੰ ਹੀ ਹੋ ਗਏ। ਇਸ ਜਾਂਚ ਨੂੰ 4.5 ਸਾਲ ਲੱਗੇ। ਮੈਨੂੰ ਇਹਦੇ ਬਾਰੇ ਨਹੀਂ ਪਤਾ ਕਿ ਵੀ ਇਹ ਤਾਂ ਤੁਹਾਨੂੰ ਬਿਹਤਰ ਅੰਦਰ ਵਾਲੇ ਦੱਸ ਸਕਦੇ ਨੇ ਜਿਹੜੇ ਇਨਕੁਆਇਰੀ ਕਰ ਰਹੇ ਸੀ ਕਿ ਇਹਦਾ ਕੀ ਹੋਇਆ ਕੀ ਨਹੀਂ ਹੋਇਆ। ਪਰ ਮੈਨੂੰ ਇੰਨਾ ਪਤਾ ਹੈ ਕਿ ਗੁਰਦੁਆਰੇ ਦੇ ਫੰਡ ਦੇ ਵਿੱਚ ਜਦੋਂ ਪਤਾ ਲੱਗਦਾ ਹੈ ਕਿ ਵੀ ਇੰਨਾ ਪੈਸਾ ਘਟਿਆ ਤੇ ਉਹ ਪੈਸਾ ਪੂਰਾ ਕੀਤਾ ਜਾਂਦਾ ਹੈ। ਹੁਣ ਇਹ ਵੀ ਜਿਹੜਾ ਲੰਗਰ ਦੇ ਵਿੱਚ ਜਿਹੜੀ ਜੂਠ ਦੀ ਸੇਲ ਸੀ ਉਹਦੇ ਵਿੱਚੋਂ ਜੋ ਆਮਦਨ ਦਰਬਾਰ ਸਾਹਿਬ ਦੀ ਸੀ ਜਿਹੜੀ ਘਟੀ ਹੈ ਉਹ ਮੁਲਾਜ਼ਮਾਂ ਕੋਲੋਂ ਪੂਰੀ ਕਰਾਈ ਵੀ ਗਈ ਹੈ, ਪੈਸੇ ਜਮ੍ਹਾਂ ਕਰਾਏ ਗਏ। ਪਰ ਸਵਾਲ ਇੱਥੇ ਇਹ ਨਹੀਂ ਕਿ ਚਲੋ ਪੈਸੇ ਤਾਂ ਜੇ ਨੁਕਸਾਨ ਹੋਇਆ ਤੇ ਪੈਸਿਆਂ ਦੀ ਭਰਪਾਈ ਤਾਂ ਹੋ ਜਾਏਗੀ। ਗੱਲ ਤਾਂ ਉਸ ਇਮਾਨਦਾਰੀ ਦੀ ਭਾਵਨਾ ਦੀ ਹੈ ਜਿਹੜੇ ਇੱਕ ਧਾਰਮਿਕ ਸੰਸਥਾ ਵਿੱਚ ਰਹਿ ਕੇ ਮੁਲਾਜ਼ਮਾਂ ਨੇ ਨਹੀਂ ਰੱਖੀ। ਸੋ ਉਹਦੀ ਨਿਸ਼ਾਨਦੇਹੀ ਕਰਨੀ ਔਰ ਉਹਨੂੰ ਸਜ਼ਾ ਇਹ ਨਹੀਂ ਕਿ ਸਸਪੈਂਡ ਕਰਕੇ ਮੁੜ ਬਹਾਲ ਹੋ ਕੇ ਆ ਜਾਂਦੇ ਨੇ, ਉਹ ਨਹੀਂ। ਬਕਾਇਦਾ ਇਹਦੀ ਇੱਕ ਡੂੰਘੀ ਪੜਤਾਲ ਦੇ ਨਾਲ ਜਿਹੜੇ ਬੰਦੇ ਇਹਦੇ ਵਾਸਤੇ ਦੋਸ਼ੀ ਹਨ ਉਹਨਾਂ ਨੂੰ ਨੌਕਰੀ ਤੋਂ ਵਿਹਲੇ ਕਰਨਾ ਚਾਹੀਦਾ ਹੈ। ਦੇਖੋ, ਆਨਨ ਫਾਨਨ 'ਚ ਕਹਿ ਸਕਦੇ ਹਾਂ ਕਿ ਵੀ ਕਦਮ ਚੁੱਕਿਆ ਗਿਆ ਹੈ। ਯਕਦਮ ਕੁਛ ਅਨਿਯਮਿਤਾਵਾਂ ਲੰਗਰ 'ਚ ਆ ਗਈਆਂ, ਕੁਛ ਹੋਰ ਜਿਹੜੀਆਂ ਚੱਲ ਰਹੀਆਂ ਸੀਗੀਆਂ, ਆਪਣੇ ਚੈਨਲ ਦੀ ਗੱਲ ਚੱਲ ਰਹੀ ਸੀਗੀ ਜਾਂ ਹੋਰ ਕੋਈ ਮੁੱਦਾ ਸੀਗਾ। ਸ਼੍ਰੋਮਣੀ ਕਮੇਟੀ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਇਹ ਜਿਹੜਾ ਸਾਹਮਣੇ ਆਇਆ ਘੁਟਾਲਾ ਸਾਹਮਣੇ ਆਇਆ ਹੈ, ਇਸ ਦੇ ਉੱਤੇ ਸਖਤ ਹੋ ਗਈ ਕਿ ਫੈਸਲਾ ਲੈਣਾ ਪੈ ਗਿਆ।
ਨਹੀਂ, ਇਹ ਤਾਂ ਜਦੋਂ ਇੰਨੇ ਵੱਡੇ ਸਕੈਂਡਲ ਸਾਹਮਣੇ ਆਉਂਦੇ ਨੇ ਤੇ ਉਸ ਵੇਲੇ ਪ੍ਰਬੰਧਕਾਂ ਨੇ ਤਾਂ ਸਖਤ ਹੋਣਾ ਹੀ ਹੁੰਦਾ ਜੀ। ਇਹ ਤਾਂ ਕੁਦਰਤੀ ਗੱਲ ਹੈ, ਇਹ ਕੋਈ ਆਊਟ ਆਫ ਪਲੇਸ ਗੱਲ ਨਹੀਂ ਹੈਗੀ। ਪਰ 2019 ਦੇ ਵਿੱਚ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਉਦੋਂ ਸ਼ਾਇਦ ਕੁਝ ਅਮਾਉਂਟ ਘੱਟ ਸੀਗੀ, ਇੰਨੇ ਲਗਭਗ ਕਹਿ ਲਓ ਕਿ ਕੁਝ ਅਮਾਉਂਟ 65 ਲੱਖ ਰੁਪਏ ਦੇ ਕੋਲ ਸੀਗੇ ਕਿ ਇਹਦਾ ਘੁਟਾਲਾ ਹੈ। ਮਗਰ 4 ਸਾਲ ਇਸ ਗੱਲ ਨੂੰ ਬੀਤਣ ਨੂੰ ਹੋ ਗਏ, ਕਰਦੇ ਕਰਦੇ ਹੁਣ ਕਰੋੜ ਰੁਪਏ ਤੱਕ ਪਹੁੰਚ ਗਈ। ਉਦੋਂ ਤੱਕ ਕਿਆ ਪ੍ਰਬੰਧਕ ਜਿਹੜੇ ਸੀਗੇ, ਜਿਹੜੇ ਪ੍ਰਧਾਨ ਸੀਗੇ ਜਾਂ ਜਿਹੜੇ ਹੋਰ ਅਹੁਦੇਦਾਰ ਸੀਗੇ, ਉਸ ਗੱਲ ਦੇ ਉੱਤੇ ਚੁੱਪ ਹੀ ਛੱਡਦੇ ਬੈਠੇ? ਐਸੇ ਲਈ ਤਾਂ ਨੰਬਰ ਇੰਨਾ ਜ਼ਿਆਦਾ ਮੁਲਾਜ਼ਮਾਂ ਦਾ, ਕਿਉਂਕਿ ਇੰਨੇ ਸਾਲਾਂ ਦੇ ਵਿੱਚ ਦੇਖੋ, ਜਿਹੜਾ ਹੁਣ ਗੁਰਦੁਆਰਾ ਇੰਸਪੈਕਟਰ ਜਾਂਦਾ ਹੈ ਜਿਹਦੀ ਹਾਜ਼ਰੀ ਵਿੱਚ ਹੁੰਦਾ ਹੈ ਸਾਰਾ ਕੁਝ, ਉਹਦੀ ਇਹ ਵੀ ਡਿਊਟੀ ਹੈ ਕਿ ਜਦੋਂ ਪੈਸੇ ਜਮ੍ਹਾਂ ਹੁੰਦੇ ਨੇ, ਪੈਸਾ ਚੈੱਕ ਰਾਹੀਂ ਜਮ੍ਹਾਂ ਹੁੰਦਾ ਹੈ ਤੇ ਚੈੱਕ ਨੰਬਰ ਤੁਸੀਂ ਜੋ ਸਿਸਟਮ ਹੈ ਉਹਦੇ ਵਿੱਚ ਚੈੱਕ ਨੰਬਰ ਬਕਾਇਦਾ ਭਰਿਆ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਮਹਿਕਮਾ 85 ਦਾ ਮਹਿਕਮਾ ਦਫ਼ਤਰ ਦਾ, ਉਹ ਬਕਾਇਦਾ ਕਨਫਰਮ ਕਰਦਾ ਹੈਗਾ ਕਿ ਇੰਨੇ ਨੰਬਰ ਚੈੱਕ ਆਇਆ ਸੀ, ਕੈਸ਼ ਹੋਇਆ ਕਿ ਨਹੀਂ ਹੋਇਆ। ਜੇ ਕੈਸ਼ ਹੋਇਆ ਤੇ ਉਹਦੀ ਸਾਨੂੰ ਰਿਸੀਟ ਭੇਜੋ, ਕਿਉਂਕਿ ਉਹ ਵੀ ਬੈਂਕ ਵਿੱਚ ਜਾਣਾ ਹੈਗਾ। ਹੁਣ ਕੁਤਾਹੀ ਤਾਂ ਤੁਸੀਂ ਦੇਖੋ ਨਾ, ਹਰ ਲੈਵਲ ਦੇ ਉੱਪਰ ਹੋਈ ਹੈ। ਇਹਦਾ ਮਤਲਬ ਹੈ ਕਿ ਮੁਲਾਜ਼ਮ ਜਿਹੜੇ ਨੇ ਉਹ ਸੀਰੀਅਸਲੀ ਆਪਣਾ ਕੰਮ ਕਰ ਹੀ ਨਹੀਂ ਰਹੇ ਹੈਗੇ। ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਬੇਈਮਾਨ ਹਨ, ਮੈਂ ਇਹ ਕਹਿ ਰਹੀ ਹਾਂ ਗੈਰ ਜ਼ਿੰਮੇਵਾਰੀ ਦੇ ਨਾਲ ਉਹਨਾਂ ਨੇ ਕੀਤਾ ਸਾਰਾ ਕੁਝ। ਜਿਹੜੇ ਦੋਸ਼ੀ ਹਨ, ਦੋਸ਼ੀ ਤਾਂ ਉਹਦੇ ਵਿੱਚੋਂ ਉਹ ਸਟੋਰ ਕੀਪਰ ਹਨ ਜਿਹੜੇ ਕਿ ਕੈਸ਼ ਦਾ ਚੈੱਕ ਲੈਂਦੇ ਸੀ, ਜਿਹੜੇ ਚੈੱਕ ਲੈ ਕੇ ਤੇ ਦਿਖਾ ਦਿੱਤਾ ਸਾਰਿਆਂ ਨੂੰ ਕਿ ਚੈੱਕ ਆ ਗਿਆ, ਪਰ ਉਸ ਤੋਂ ਬਾਅਦ ਉਸ ਚੈੱਕ ਨੂੰ ਉਹ ਦੁਬਾਰਾ ਜਾ ਕੇ ਉਸੇ ਪਾਰਟੀ ਕੋਲੋਂ ਉਹਦੀ ਜਗ੍ਹਾ ਕੈਸ਼ ਲੈ ਲੈਂਦੇ ਸੀ। ਤੇ ਇੰਨੀ ਦੇਰ ਹੋ ਗਈ ਕਿਸੇ ਨੇ ਦੇਖਿਆ ਹੀ ਨਹੀਂ ਕਿ ਵੀ ਕੈਸ਼ ਨਹੀਂ ਜਮ੍ਹਾਂ ਹੋਇਆ ਤੇ ਨਾ ਚੈੱਕ ਜਮ੍ਹਾਂ ਹੋਇਆ ਕੀ ਹੈ ਜੀ। ਸੋ ਇਸ ਲਈ ਜ਼ਿੰਮੇਵਾਰੀ ਜਿਹਦੀ ਬਣਦੀ ਹੈ, ਸਾਰਿਆਂ ਨੇ ਇਸ ਘੇਰੇ ਵਿੱਚ ਤਾਂ ਆਉਣਾ ਹੀ ਹੈ। ਸਵਾਲ ਇਹੀ ਸਭ ਤੋਂ ਵੱਡਾ ਹੈ ਜੀ, ਕਿਆ 4 ਸਾਲਾਂ ਦੇ ਵਿੱਚ ਸੰਸਥਾ ਨੇ ਉਸ ਚੀਜ਼ ਨੂੰ ਚੈੱਕ ਹੀ ਨਹੀਂ ਕੀਤਾ? ਕਿਆ ਆਡਿਟ ਨਹੀਂ ਹੋਇਆ? ਕਿਆ ਉਸ ਟਾਈਮ ਦੇ ਉੱਤੇ ਨਹੀਂ ਵੇਖਿਆ ਗਿਆ ਕਿ ਇਹ ਚੈੱਕ ਪਿਛਲੇ ਮਹੀਨੇ ਆਇਆ ਸੀ, ਕੈਸ਼ ਨਹੀਂ ਹੋਇਆ, ਜਿਹੜਾ ਆਨਲਾਈਨ ਕੈਸ਼ ਨਹੀਂ ਹੋਇਆ, ਹੁਣ ਉਹਦੀ ਜਗ੍ਹਾ ਤੇ ਪੇਮੈਂਟ ਲੈ ਲਈ? ਇਸ ਬਾਰੇ ਕੋਈ ਉਜਾਗਰ ਨਹੀਂ ਹੋਇਆ। ਕਿਆ ਸ਼੍ਰੋਮਣੀ ਕਮੇਟੀ ਉਸ ਸਾਰੇ ਕੰਮ ਦੇ ਵਿੱਚ ਚੁੱਪ ਰਹੀ ਹੈ? ਕਿਆ ਉਹ ਦਬਾਉਂਦੀ ਰਹੀ ਹੈ ਇਸ ਮਾਮਲੇ ਨੂੰ? ਮੈਨੂੰ ਲੱਗਦਾ ਨਹੀਂ ਕਿ ਇਹ ਮਾਮਲਾ ਦਬਾਇਆ ਗਿਆ। ਮੈਂ ਜਿਸ ਤਰ੍ਹਾਂ ਅੱਗੇ ਕਿਹਾ ਹੈ ਕਿ ਅਣਗਹਿਲੀ ਔਰ ਗੈਰ ਜ਼ਿੰਮੇਵਾਰੀ, ਕਿਉਂਕਿ ਹੁਣ ਅਸੀਂ ਜਿਹੜੇ ਮੇਰੇ ਦੇਖਦੇ ਜਿਸ ਕਿਸਮ ਦੀ ਭਰਤੀ ਹੋ ਰਹੀ ਹੈ, ਇਹੋ ਜਿਹੇ ਮੁਲਾਜ਼ਮ ਆ ਰਹੇ ਨੇ ਜਿਨ੍ਹਾਂ ਦੀ ਟ੍ਰੇਨਿੰਗ ਦੀ ਸਖਤ ਜ਼ਰੂਰਤ ਹੈ, ਪਰ ਉਹਨਾਂ ਦੀ ਟ੍ਰੇਨਿੰਗ ਕੀਤੀ ਨਹੀਂ ਗਈ। ਜਿਸ ਅਹੁਦੇ 'ਤੇ ਉਹ ਬੈਠਣ ਦੇ ਯੋਗ ਨਹੀਂ, ਉਸ ਅਹੁਦੇ 'ਤੇ ਉਹਨਾਂ ਨੂੰ ਬਿਠਾਇਆ ਜਾਂਦਾ ਹੈ। ਜਦੋਂ ਬੰਦਾ ਯੋਗ ਹੀ ਨਹੀਂ ਉਸ ਅਹੁਦੇ ਦੇ, ਉਹਦੇ ਕੋਲੋਂ ਗਲਤੀਆਂ ਹੋਣਗੀਆਂ ਤੇ ਵਿੱਚ ਜੇ ਨੀਅਤ ਚੋਰ ਹੋ ਜਾਵੇ, ਨੀਅਤ ਬੇਈਮਾਨ ਹੋ ਜਾਵੇ ਤੇ ਫਿਰ ਚੋਰੀ ਘੁਟਾਲੇ ਤਾਂ ਹੋਣਗੇ। ਸੋ ਇਹ ਪ੍ਰਬੰਧਕਾਂ ਦਾ, ਕੁਸ਼ਲ ਪ੍ਰਬੰਧਕਾਂ ਦਾ ਇਹੀ ਕੰਮ ਹੁੰਦਾ ਹੈ, ਦੇਖਣਾ ਕਿ ਸਾਰਾ ਪ੍ਰਬੰਧ ਜਿਹੜਾ ਉਹ ਸਹੀ ਤਰੀਕੇ ਚੱਲੇ। ਪਰ ਇਹ ਜਿਹੜੀ ਅਣਗਹਿਲੀ ਹੈ, ਇਹ ਮਾੜੀ ਹੈ ਔਰ ਇਹਨੂੰ ਸਜ਼ਾ ਹੋਣੀ ਚਾਹੀਦੀ ਹੈ। ਅਣਗਹਿਲੀ ਤੁਸੀਂ ਗੱਲ ਕਰ ਰਹੇ ਹੋ, ਵਰਡ ਤੁਸੀਂ ਯੂਜ਼ ਕਰ ਰਹੇ ਹੋ ਅਣਗਹਿਲੀ। ਕਿਆ 51 ਮੁਲਾਜ਼ਮ ਜਿਹੜੇ ਸਸਪੈਂਡ ਕੀਤੇ ਗਏ ਉਹਨਾਂ ਦੀ ਅਣਗਹਿਲੀ ਹੈ ਜਾਂ ਜਿਹੜੇ ਉਹਨਾਂ ਤੋਂ ਉੱਪਰ ਬੈਠੇ ਹੋਏ ਸੀ ਉਹਨਾਂ ਦੀ ਅਣਗਹਿਲੀ ਹੈ? ਇਹਦੇ ਵਿੱਚ ਸਾਰੇ ਆਉਂਦੇ ਨੇ। ਦੇਖੋ, ਇਹਦੇ ਵਿੱਚ ਹੁਣ ਜਿਹੜੇ ਲੰਗਰ 'ਚੋਂ ਇਸ ਪੀਰੀਅਡ 'ਚੋਂ ਮੈਨੇਜਰ ਰਿਟਾਇਰ ਹੋ ਗਏ ਨੇ, ਉਹ ਵੀ ਜ਼ਿੰਮੇਵਾਰ ਹਨ। ਜੇ ਉਹ ਰਿਟਾਇਰ ਹੋ ਗਏ ਤੇ ਜਿਹੜਾ ਸਾਡਾ ਕਾਨੂੰਨ ਸ਼੍ਰੋਮਣੀ ਕਮੇਟੀ ਦਾ, ਉਹਦੇ ਅਨੁਸਾਰ ਮੁਲਾਜ਼ਮ ਜਾਂ ਮੈਂਬਰ ਰਿਟਾਇਰ ਹੋਣ ਤੋਂ ਬਾਅਦ ਜਾਂ ਜਿਹਦਾ ਮੈਂਬਰ ਦੀ ਟਰਮ ਖਤਮ ਹੋ ਜਾਂਦੀ ਹੈ, ਉਸ ਤੋਂ ਬਾਅਦ ਵੀ ਜੇ ਉਹਦੇ ਅਗੇਂਸਟ ਕੋਈ ਇਹੋ ਜਿਹਾ ਕੇਸ ਆਏ ਤਾਂ ਉਹਦੇ ਕੋਲੋਂ ਬਕਾਇਦਾ ਪੈਸਿਆਂ ਦੀ ਰਿਕਵਰੀ ਕੀਤੀ ਜਾਂਦੀ ਹੈ। ਸੋ ਇਹ ਨਹੀਂ ਕਿ ਜਿਹੜੇ ਹੁਣ ਮੁਲਾਜ਼ਮ ਔਨ ਡਿਊਟੀ ਹੈਗੇ ਸੀ ਤੇ ਉਹਨਾਂ ਨੂੰ ਕਰਤਾ ਸਸਪੈਂਡ ਤੇ ਇਹਦੇ ਨਾਲ ਮਸਲਾ ਹੱਲ ਹੋ ਗਿਆ। ਜਿਹੜੇ ਇਸ ਦੌਰਾਨ ਰਿਟਾਇਰ ਹੋ ਗਏ ਪਰ ਇਸ ਸਾਰੇ ਜਿਹੜਾ ਹੈਗਾ ਸੀ ਸਿਸਟਮ ਲੰਗਰ ਦਾ, ਉਹਦੇ ਵਿੱਚ ਸ਼ਾਮਿਲ ਸੀ, ਜਿਹਦੇ ਵਿੱਚ ਕਿ ਮੈਨੇਜਰ ਨਾਲ ਇਨਕਲੂਡਡ ਹੈ ਔਰ ਇਹਦੇ ਵਿੱਚ ਜਿਹੜੇ 85 ਦੇ 77 ਵਗੈਰਾ ਸਭ ਇਹਦੇ ਲਈ ਜ਼ਿੰਮੇਵਾਰ ਹਨ ਬਕਾਇਦਾ। ਦੇਖੋ, ਦਫ਼ਤਰ ਦੇ ਵਿੱਚ ਇੱਕ ਵਿਅਕਤੀ ਵਿਸ਼ੇਸ਼ ਤਾਂ ਨਹੀਂ ਨਾ ਜ਼ਿੰਮੇਵਾਰ ਹੁੰਦਾ, ਇੱਕ ਸਿਸਟਮ ਹੁੰਦਾ। ਉਸ ਸਿਸਟਮ ਦੇ ਵਿੱਚ ਲੜੀ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਵੱਖ-ਵੱਖ ਬੰਦੇ ਹੁੰਦੇ ਨੇ ਤੇ ਜੇ ਕਿਸੇ ਨੇ ਵੀ ਨੋਟਿਸ ਨਹੀਂ ਕੀਤਾ ਤੇ ਇਹਦਾ ਮਤਲਬ ਹੈ ਕੋਈ ਵੀ ਆਪਣਾ ਕੰਮ ਨਹੀਂ ਸੀ ਕਰ ਰਿਹਾ। ਫਿਰ ਉਹ ਗੁਰੂ ਘਰ ਦੀਆਂ ਤਨਖਾਹਾਂ ਕਿਉਂ ਲੈ ਰਹੇ ਸੀ? ਆਖਰ ਦੇਖੋ, ਮੈਨੂੰ ਇੰਝ ਲੱਗਦਾ ਹੈ ਕਿ ਜਿਹੜਾ ਇਹ ਪੂਜਾ ਦਾ ਧਾਨ ਹੈ, ਪੂਜਾ ਦਾ ਧਾਨ ਬੜੇ ਸੰਜਮ ਨਾਲ ਵਰਤਣ ਵਾਲਾ ਹੈ ਔਰ ਜੇ ਇੰਨੀ ਸੰਜਮ ਦੇ ਨਾਲ ਔਰ ਧਿਆਨ ਰੱਖਣ ਵਾਲਾ ਹੈ। ਸਾਡੀ ਡਿਊਟੀ ਕੀ ਹੈ? ਧਿਆਨ ਰੱਖਣ ਦੀ। ਤੇ ਜਿਨ੍ਹਾਂ ਨੂੰ ਤਨਖਾਹਾਂ ਮਿਲਦੀਆਂ ਤੇ ਉਹ ਧਿਆਨ ਨਹੀਂ ਰੱਖਦੇ ਤੇ ਉਹਨਾਂ ਨੂੰ ਤਾਂ ਫਿਰ ਫਰਕ ਹੀ ਕਰਨਾ ਬਣਦਾ ਹੈ। ਤੁਸੀਂ ਗੱਲ ਬਹੁਤ ਵਧੀਆ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ, ਰੱਖਣਾ ਪੈਣਾ। ਕਿਆ ਜਿਹੜੇ ਮੈਂਬਰ ਨੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਨੇ, ਕੋਈ ਸਕੱਤਰ ਹੈ, ਚਲੋ ਉਹ ਤਾਂ ਤਨਖਾਹ ਵਾਲਾ ਹੋ ਗਿਆ, ਮੈਂਬਰ ਨੇ ਜਿਸ ਤਰ੍ਹਾਂ ਪ੍ਰਧਾਨ ਨੇ, ਜਨਰਲ ਸੈਕਟਰੀ ਹੈ, ਕਿਆ ਉਹਨਾਂ ਦੀ ਨਜ਼ਰ ਦੇ ਵਿੱਚ ਇਹ ਘੁਟਾਲਾ 4 ਸਾਲਾਂ 'ਚ ਕਿਸੇ ਨੇ ਨਹੀਂ ਦੇਖਿਆ? ਕਿਸੇ ਦੀ ਉਹਦੇ 'ਤੇ ਚੈਕਿੰਗ ਕਰਨ ਤੇ ਨਹੀਂ ਆਇਆ? ਦੇਖੋ, ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਹੈ ਕਿ ਇਹ ਪ੍ਰਧਾਨ ਨੇ ਹੀ ਇਹਦੀ ਇਨਕੁਆਇਰੀ ਮਾਰਕ ਕੀਤੀ ਸੀ। ਨਹੀਂ, ਮੇਰਾ ਕਹਿਣ ਦਾ ਮਤਲਬ ਕਿ ਇਹ ਪ੍ਰਧਾਨ ਜੀ ਨੇ ਹੁਣ ਮਾਰਕ ਕੀਤੀ, ਉਸ ਤੋਂ ਪਹਿਲੇ ਕੀ ਹੁੰਦਾ ਰਿਹਾ? ਉਸ ਤੋਂ ਪਹਿਲੇ ਨਹੀਂ ਕਿਸੇ ਨੇ ਕੀਤਾ ਹੋਣਾ। ਜੇ ਜਦੋਂ ਧਿਆਨ ਦੇ ਵਿੱਚ ਕਿਸੇ ਨੇ ਗੱਲ ਲਿਆਂਦੀ ਹੋਣੀ ਹੈ ਜਾਂ ਪ੍ਰਧਾਨ ਨੇ ਵੈਸੇ ਹੀ ਅਗਰ ਇਨਕੁਆਇਰੀ ਮਾਰ ਕੀਤੀ ਹੈ, ਗੱਲ ਹੈ ਕਿ ਪ੍ਰਧਾਨ ਦੀ ਇਨਕੁਆਇਰੀ ਤੇ ਹੀ ਸਾਰਾ ਕੁਝ ਨਿਕਲਿਆ। ਅਸੀਂ ਇਹ ਨਹੀਂ ਕਹਿ ਸਕਦੇ ਕਿ ਬਾਹਰੋਂ ਕਿਸੇ ਨੇ ਕੀਤਾ, ਪ੍ਰਧਾਨ ਦੀ ਇਨਕੁਆਇਰੀ ਤੇ ਹੀ ਹੋਇਆ ਸਾਰਾ ਕੁਝ। ਤੇ ਨਾਲੇ ਮੈਂ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਜਿਹੜੇ ਮੁਲਾਜ਼ਮ ਹੁੰਦੇ ਨੇ ਉਹਨਾਂ ਦੀਆਂ ਬਕਾਇਦਾ ਡਿਊਟੀਆਂ ਹੁੰਦੀਆਂ ਜਿਹਦੀ ਉਹ ਤਨਖਾਹ ਲੈਂਦੇ ਨੇ। ਜਿਹੜੇ ਮੈਂਬਰ ਹਨ ਉਹ ਸਿਰਫ ਸੇਵਾ ਕਰ ਰਹੇ ਹੁੰਦੇ ਨੇ, ਉਹਨਾਂ ਦੇ ਉੱਪਰ ਇਹੋ ਜਿਹੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ। ਮੈਂਬਰ ਕੈਸ਼ ਹੈਂਡਲਿੰਗ ਨਹੀਂ ਕਰ ਸਕਦੇ। ਮੈਂਬਰ ਉੱਥੇ ਤੱਕ ਸੀਮਿਤ ਹਨ ਕਿ ਜਦੋਂ ਲੰਗਰ ਦਾ ਜਿਹੜਾ ਜੂਠ ਹੈ, ਜੇ ਉਹਦਾ ਟੈਂਡਰ ਹੋਇਆ ਤੇ ਉਹ ਟੈਂਡਰ ਵਿੱਚ ਜ਼ਰੂਰ ਬੈਠਣਗੇ। ਜਿਹੜੀਆਂ ਬਿਡਸ ਆਈਆਂ ਉਹਦੇ ਅਨੁਸਾਰ ਇੱਕ ਵਾਰ ਰੇਟ ਤੈਅ ਹੋ ਗਿਆ ਕਿ ਆ 3 ਮਹੀਨੇ ਦਾ ਜਾਂ 6 ਮਹੀਨੇ ਦਾ ਟੈਂਡਰ ਹੈ, ਇਸ ਸਮੇਂ ਦੇ ਵਿੱਚ ਇੰਨਾ 1 ਕਿਲੋ ਦਾ ਇੰਨੇ ਰੁਪਏ ਜੋ ਰੇਟ ਤੈਅ ਹੋਇਆ, ਉੱਥੇ ਮੈਂਬਰ ਦਾ ਕੰਮ ਖਤਮ ਹੋ ਜਾਂਦਾ ਹੈ। ਉਸ ਤੋਂ ਬਾਅਦ ਉਹਨੂੰ ਇੰਪਲੀਮੈਂਟ ਸਟਾਫ ਨੇ ਕਰਨਾ, ਮੁਲਾਜ਼ਮਾਂ ਨੇ ਕਰਨਾ ਹੈ। ਨਹੀਂ, ਮੇਰਾ ਸਵਾਲ ਸੀਗਾ ਜੀ ਕਿ ਮੈਂਬਰ ਜਿਹੜਾ ਹੈਗਾ, ਮੈਂਬਰ ਠੀਕ ਹੈ, ਤੁਸੀਂ ਕਹਿੰਦੇ ਹੋ ਤਨਖਾਹ ਨਹੀਂ ਲੈਂਦਾ, ਉਹਦਾ ਕੰਮ ਹੈ ਸੇਵਾ ਕਰਨਾ। ਮੈਂਬਰ ਵਿਜ਼ਿਲ ਤੇ ਕਰ ਸਕਦਾ, ਉਸ ਨੂੰ ਵਿਜ਼ਿਟ ਤੇ ਕਰ ਸਕਦਾ? ਨਹੀਂ, ਮੈਂਬਰਾਂ ਨੂੰ ਇਹੋ ਜਿਹਾ ਕੋਈ ਇਖਤਿਆਰ ਨਹੀਂ ਹੁੰਦਾ। ਇਹ ਜਿਹੜੀ ਦਫ਼ਤਰੀ ਇਨਕੁਆਇਰੀ ਹੈ ਜਾਂ ਦਫ਼ਤਰੀ ਫੋਲੋ ਅਪ ਹੈ, ਉਹਦਾ ਮੈਂਬਰਾਂ ਨੂੰ ਦਫ਼ਤਰ ਦੇ ਕੰਮਾਂ 'ਚ ਕੋਈ ਅਧਿਕਾਰ ਨਹੀਂ ਹੈਗਾ ਇੰਟਰਫੇਅਰ ਕਰਨ ਦਾ। ਮੈਂਬਰ ਸਿਰਫ ਐਡਵਾਈਜ਼ਰੀ ਕਪੈਸਿਟੀ ਦੇ ਵਿੱਚ ਹੁੰਦਾ ਹੈ, ਜਾਂ ਜਿਹੜੀਆਂ ਸਬ ਕਮੇਟੀਆਂ ਬਣਦੀਆਂ ਜਿੱਥੇ ਵਿਸ਼ੇਸ਼ ਕੋਈ ਮੁੱਦੇ ਉੱਪਰ ਵਿਚਾਰ ਲਈ ਜਾਂਦੀ ਹੈ, ਮੈਂਬਰਾਂ ਦਾ ਕੰਮ ਉੱਥੇ ਤੱਕ ਸੀਮਿਤ ਹੈ। ਇਹ ਮੁਲਾਜ਼ਮ ਔਰ ਮੈਂਬਰ ਦਾ ਬਹੁਤ ਫਰਕ ਹੈ। ਮੈਂਬਰ ਦੀ ਡਿਊਟੀ ਜਿਹੜੀ ਹੈ ਮੁਲਾਜ਼ਮ ਨਹੀਂ ਕਰ ਸਕਦਾ, ਤੇ ਮੁਲਾਜ਼ਮਾਂ ਦੀਆਂ ਜਿਹੜੀਆਂ ਡਿਊਟੀਆਂ ਨੂੰ ਮੈਂਬਰ ਨਹੀਂ ਕਰ ਸਕਦੇ। ਗੁਰੂ ਰਾਮਦਾਸ ਲੰਗਰ ਘਰ ਦੇ ਵਿੱਚ ਇਹ ਘੁਟਾਲਾ ਸਾਹਮਣੇ ਆ ਗਿਆ। ਇਸ ਤੋਂ ਇਲਾਵਾ ਜੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੋਰ ਅਦਾਰਿਆਂ ਦੀ ਗੱਲ ਕਰੀਏ, ਬਹੁਤ ਕਾਫੀ ਕੁਝ ਚੱਲ ਰਿਹਾ ਹੈ। ਕਈ ਸਕੂਲ ਚੱਲ ਰਹੇ, ਕਈ ਕਾਲਜ ਚੱਲ ਰਹੇ, ਮੈਡੀਕਲ ਕਾਲਜ ਚੱਲ ਰਹੇ ਨੇ, ਹੋਰ ਵੀ ਗੁਰਦੁਆਰੇ ਚੱਲ ਰਹੇ ਨੇ, 85 ਦੇ ਚੱਲ ਰਹੇ ਨੇ, 87 ਦੇ ਚੱਲ ਰਹੇ ਨੇ। ਉੱਥੇ ਵੀ ਹੋ ਸਕਦਾ ਇਸ ਤਰ੍ਹਾਂ ਦਾ ਕੋਈ ਨਾ ਕੋਈ, ਕਿ ਸਾਡੀ ਨਜ਼ਰ 'ਚ ਉਹ ਨਹੀਂ ਆਇਆ ਅਜੇ ਤੱਕ। ਦੇਖੋ, ਇਹ ਤਾਂ ਨਵੀਂ ਗੱਲ ਤਾਂ ਹੈ ਨਹੀਂ। ਮੈਨੂੰ ਵੀ 30 ਸਾਲ ਦੇਖਦੇ ਹੋ ਗਏ। ਮੁਲਾਜ਼ਮ ਹਨ, ਗਲਤੀਆਂ ਕਰਦੇ ਨੇ, ਚੋਰੀਆਂ ਕਰਦੇ ਨੇ, ਫੜੇ ਜਾਂਦੇ ਨੇ, ਸਸਪੈਂਡ ਹੋ ਜਾਂਦੇ ਨੇ, ਕਈ ਮਾਫੀ ਮੰਗ ਕੇ ਬਹਾਲ ਵੀ ਹੋ ਜਾਂਦੇ ਨੇ। ਸੋ ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਜਿਸ ਤਰ੍ਹਾਂ ਮੈਂ ਅੱਗੇ ਗੱਲ ਕੀਤੀ ਸੀ, ਇਨਸਾਨ ਹਰ ਜਗ੍ਹਾ ਚੰਗੇ ਵੀ ਹੁੰਦੇ ਨੇ, ਮਾੜੇ ਵੀ ਹੁੰਦੇ ਨੇ, ਨੀਅਤਨ ਮਾੜੇ ਵੀ ਹੁੰਦੇ ਨੇ, ਨੀਅਤਨ ਚੰਗੇ ਵੀ ਹੁੰਦੇ ਨੇ। ਜੇ ਕੋਈ ਠਾਣ ਕੇ ਹੀ ਆ ਜਾਏ ਕਿ ਮੈਂ ਚੋਰੀ ਕਰਨੀ ਹੈ, ਗੁਰੂ ਘਰ ਚੋਰੀ ਕਰਨੀ ਹੈ, ਤੇ ਉਹ ਚੋਰੀ ਕਰੇਗਾ। ਫਿਰ ਉਹਦਾ ਹੱਲ ਉਹਨੂੰ ਸਜ਼ਾ ਦੇਣਾ ਹੀ ਹੁੰਦਾ ਹੈ। ਬੀਬੀ ਕਿਰਨਜੋਤ ਕੌਰ ਇਸ ਮਾਮਲੇ ਦੇ ਉੱਤੇ ਕਿਸ ਤਰ੍ਹਾਂ ਸੋਚਦੀ, ਇੰਡੀਵਿਜੂਅਲੀ ਕਿਸ ਤਰ੍ਹਾਂ ਸੋਚਦੀ ਨੇ ਕਿ ਇਹਨਾਂ ਮੁਲਾਜ਼ਮਾਂ ਨੂੰ ਸਸਪੈਂਡ ਕਰ ਦੇਣਾ ਹੀ ਕਾਫੀ ਹੈ? ਕਿਆ ਇਹਨਾਂ ਨੂੰ ਮੁਅੱਤਲ ਕਰਨਾ ਹੈ? ਕਿਆ ਇਹਨਾਂ ਨੂੰ ਵਾਂਝੇ ਕਰ ਦੇਣਾ ਚਾਹੀਦਾ ਆਪਣੀ ਨੌਕਰੀ ਤੋਂ? ਮੈਂ ਸਮਝਦੀ ਹਾਂ ਕਿ ਸਭ ਤੋਂ ਪਹਿਲੇ ਤਾਂ ਜਿਹੜੀ ਇਨਕੁਆਇਰੀ ਹੈ, ਉਹ ਇਨਕੁਆਇਰੀ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਹਦੇ ਉੱਪਰ ਕੋਈ ਕਿੰਤੂ ਪਰੰਤੂ ਨਾ ਕਰੇ। ਜਿਸ ਤਰ੍ਹਾਂ ਅੱਗੇ ਇਨਕੁਆਇਰੀਆਂ ਕੁਝ ਹੋਈਆਂ ਤੇ ਇਹ ਇਲਜ਼ਾਮ ਲੱਗੇ ਨੇ ਵੀ ਕੁਝ ਵਿਸ਼ੇਸ਼ ਬੰਦੇ ਛੱਡ ਦਿੱਤੇ ਨੇ ਤੇ ਕੁਝ ਨੂੰ ਜ਼ਿਆਦਾ ਹੀ ਸਜ਼ਾਵਾਂ ਦੇ ਦਿੱਤੀਆਂ। ਪੱਖਪਾਤ ਨਹੀਂ ਹੋਣਾ ਚਾਹੀਦਾ। ਬਿਲਕੁਲ ਇਮਾਨਦਾਰੀ ਦੇ ਨਾਲ ਨਿਰਪੱਖ ਹੋ ਕੇ ਜਾਂਚ ਹੋਣੀ ਚਾਹੀਦੀ ਹੈ, ਔਰ ਉਸ ਜਾਂਚ ਦੇ ਵਿੱਚ ਜਿਹੜਾ ਦੋਸ਼ੀ ਹੋਵੇ ਉਹਨੂੰ ਵੇਲਿਆਂ ਕਰਨਾ ਚਾਹੀਦਾ ਹੈ। ਕਿਉਂਕਿ ਜਦੋਂ ਅਮਾਨਤ ਵਿੱਚ ਖਿਆਨਤ ਤੁਸੀਂ ਪੂਜਾ ਸਥਾਨ 'ਤੇ ਕਰਦੇ ਹੋ, ਉਹਦੀ ਕੋਈ ਮਾਫੀ ਨਹੀਂ ਹੈ। ਬਿਲਕੁਲ, ਸ਼ੁਕਰੀਆ ਜੀ। ਸੋ ਬੀਬੀ ਕਿਰਨਜੋਤ ਕੌਰ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸ਼੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਵਿੱਚ ਆਸਥਾ ਹੈ, ਤੁਹਾਡੀ ਆਸਥਾ ਕਰਕੇ ਹੀ ਅਸੀਂ ਲੋਕ ਲੰਗਰ ਦੇ ਲਈ ਸਮਾਨ ਦਿੰਦੇ ਹਾਂ, ਰਸਦ ਦਿੰਦੇ ਹਾਂ। ਉਸੇ ਰਸਦ ਦੇ ਨੂੰ ਖੁਰਦ-ਬੁਰਦ ਕਰਨ ਲਈ, ਜਿਸ ਤਰ੍ਹਾਂ ਸੁੱਕੀਆਂ ਰੋਟੀਆਂ ਨੇ, ਮਾਨਤਾ ਦੇ ਮੁਤਾਬਿਕ ਜਿਹੜੀ ਅੱਜ ਰੋਟੀ ਲੰਗਰ ਘਰ ਦੇ ਵਿੱਚ ਪੱਕੀ ਹੈ, ਉਹ ਉਸ ਨੂੰ ਕੱਲ੍ਹ ਸਰਵ ਨਹੀਂ ਕੀਤਾ ਜਾਂਦਾ, ਉਸ ਨੂੰ ਕੱਲ੍ਹ ਨਹੀਂ ਦਿੱਤਾ ਜਾਂਦਾ। ਸੋ ਉਹ ਰੋਟੀਆਂ ਜਿਹੜਾ ਬਚ ਜਾਂਦੀਆਂ ਨੇ, ਸੁੱਕੀਆਂ ਰੋਟੀਆਂ। ਇਸ ਤੋਂ ਇਲਾਵਾ ਜਿਹੜੀ ਰਸਦ ਹੋਰ ਆਉਂਦੀ ਹੈ, ਉਸ ਦਾ ਨਿਲਾਮੀ ਕਰਕੇ ਉਸ ਦੇ ਉੱਤੇ ਜਿਹੜੀ ਰਕਮ ਹੁੰਦੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਮ੍ਹਾਂ ਕਰਾਈ ਜਾਂਦੀ ਹੈ। ਪਰ ਜਿਹੜਾ ਮਾਮਲਾ 2019 ਦੇ ਵਿੱਚ ਸਾਹਮਣੇ ਆਇਆ ਸੀਗਾ, ਉਸ ਦੇ ਵਿੱਚ ਇਹ ਮਾਮਲਾ ਸੀਗਾ ਕਿ ਸੁੱਕੀਆਂ ਰੋਟੀਆਂ
ਔਰ ਜਿਹੜੀ ਹੋਰ ਦੂਸਰੀ ਰਸਦ ਦੀ ਨਿਲਾਮੀ ਹੈ ਉਸ ਦੇ ਪੈਸੇ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨੇ 'ਚ ਨਹੀਂ ਜਮ੍ਹਾਂ ਕਰਾਏ ਗਏ। ਸੋ ਇਸ ਦੀ ਜਾਂਚ ਜਿਹੜੀ ਕਰਦੇ 4.5 ਸਾਲ ਹੋ ਗਏ। ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਵੱਲੋਂ ਇਸ ਨੂੰ ਪਹਿਲ ਦੇ ਆਧਾਰ ਤੇ ਲਿਆ ਗਿਆ ਔਰ ਇਸ ਦੀ ਜਾਂਚ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ 51 ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਜਿਹੜੇ ਨੇ ਉਹ ਸਸਪੈਂਡ ਕੀਤੇ ਗਏ ਨੇ। ਹੁਣ ਸਭ ਤੋਂ ਵੱਡਾ ਮਾਮਲਾ ਹੈ ਕਿ ਬੀਬੀ ਕਿਰਨਜੀਤ ਕੌਰ ਦੇ ਮੁਤਾਬਿਕ ਜਿਹੜਾ ਦੋਸ਼ੀ ਹੈ ਉਹਨੂੰ ਵਿਹਲੇ ਕਰ ਦੇਣਾ ਚਾਹੀਦਾ, ਉਹਨੂੰ ਨੌਕਰੀ ਤੋਂ ਮੁਅੱਤਲ ਕਰ ਦੇਣਾ, ਮੁਅੱਤਲ ਤਾਂ ਨਹੀਂ, ਉਸ ਨੂੰ ਬਿਲਕੁਲ ਹੀ ਉਸ ਕੋਲੋਂ ਨੌਕਰੀ ਲੈ ਲੈਣੀ ਚਾਹੀਦੀ ਹੈ, ਉਹਨਾਂ ਨੂੰ ਵਿਹਲੇ ਕਰ ਦੇਣਾ ਚਾਹੀਦਾ ਹੈ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।